ਅੱਜ ਦੀ ਇਹ ਘਟਨਾ ਸਾਡੇ ਨਾਲ ਹਰਿਆਣੇ ਦੀ ਰਹਿਣ ਵਾਲੀ ਜਸਵਿੰਦਰ ਕੌਰ ਜੀ ਨੇ ਸਾਂਝੀ ਕੀਤੀ। ਜਸਵਿੰਦਰ ਕੌਰ ਜੀ ਦੱਸਦੇ ਨੇ ਕਿ ਉਹਨਾਂ ਦੇ ਨਾਲ ਇਹ ਘਟਨਾ 25 ਸਾਲ ਪਹਿਲਾਂ ਵਾਪਰੀ, ਜਦੋਂ ਉਹ ਸਿਰਫ 10 ਸਾਲਾਂ ਦੇ ਸੀ। ਜਸਵਿੰਦਰ ਕੌਰ ਨੇ ਦੱਸਿਆ ਕਿ ਮੈਂ ਆਪਣੇ ਮਾਤਾ-ਪਿਤਾ ਜੀ ਦੇ ਨਾਲ ਜੀਂਦ ਸ਼ਹਿਰ ਦੇ ਵਿੱਚ ਰਹਿੰਦੀ ਹਾਂ। ਛੋਟੀ ਉਮਰ ਦੇ ਵਿੱਚ ਹੀ ਮੇਰੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਦੇ ਜਾਣ ਤੋਂ ਬਾਅਦ ਮੇਰੇ ਪਿਤਾ ਜੀ ਨੇ ਮੇਰੇ ਵੱਡੇ ਭਰਾ ਨੇ ਮੇਰਾ ਧਿਆਨ ਰੱਖਿਆ, ਪਰ ਮਾਂ ਦੀ ਕਮੀ ਦੇ ਕਾਰਨ ਮੈਂ ਬਹੁਤ ਡਰੀ ਰਹਿੰਦੀ ਸੀ। ਰਾਤ ਨੂੰ ਡਰਾਉਣੇ ਸੁਪਨੇ ਆਉਣ ਦੇ ਨਾਲ ਮੈਂ ਉੱਠ ਕੇ ਬੈਠ ਜਾਂਦੀ। ਮੇਰੇ ਪਿਤਾ ਜੀ ਮੈਨੂੰ ਲੈ ਕੇ ਬਹੁਤ ਪਰੇਸ਼ਾਨ ਸੀ। ਇਸ ਲਈ ਉਹਨਾਂ ਨੇ ਮੇਰੇ ਵੱਡੇ ਭਰਾ, ਜਿਸ ਦੀ ਉਮਰ 22 ਸਾਲ ਸੀ, ਉਹਨਾਂ ਦਾ ਵਿਆਹ ਕਰ ਦਿੱਤਾ, ਤਾਂ ਜੋ ਉਹਨਾਂ ਦੀ ਘਰ ਵਾਲੀ ਆਉਣ ਤੋਂ ਬਾਅਦ ਮੇਰੇ ਮਨ ਲੱਗ ਜਾਵੇ ਤੇ ਮੈਂ ਡਰਾਂ ਵੀ ਨਾ। ਪਰ ਭਾਬੀ ਦੇ ਆਉਣ ਤੋਂ ਬਾਅਦ ਵੀ ਕੁਝ ਜ਼ਿਆਦਾ ਫਰਕ ਨਹੀਂ ਪਿਆ। ਮੇਰੇ ਪਿਤਾ ਜੀ ਨੇ ਕਿਹਾ ਕਿ ਬੇਟਾ, ਜੇਕਰ ਕਦੇ ਵੀ ਡਰ ਲੱਗੇ ਤਾਂ ਆਪਣੇ ਸੱਚੇ ਮਨ ਦੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰ ਲਿਆ ਕਰੋ, ਉਹ ਹਮੇਸ਼ਾ ਤੁਹਾਡੀ ਰੱਖਿਆ ਕਰਨਗੇ। ਉਸ ਤੋਂ ਬਾਅਦ ਜਦੋਂ ਮੈਨੂੰ ਡਰ ਲੱਗਦਾ ਸੀ, ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰ ਲੈਂਦੀ ਸੀ ਅਤੇ ਫਿਰ ਮੈਨੂੰ ਡਰ ਨਹੀਂ ਲੱਗਦਾ ਸੀ। ਸਮਾਂ ਬੀਤਿਆ, ਸਾਨੂੰ ਸਾਡੇ ਉੱਤਰਾਖੰਡ ਰਹਿਣ ਵਾਲੇ ਤਾਏ ਜੀ ਦੇ ਬੇਟੇ ਦਾ ਵਿਆਹ ਦਾ ਬੁਲਾਵਾ ਆਇਆ। ਪਿਤਾ ਜੀ ਕਿਸੇ ਜ਼ਰੂਰੀ ਕੰਮ ਵਿੱਚ ਬਿਜੀ ਸੀ ਤੇ ਉਹਨਾਂ ਨੇ ਵੱਡੇ ਭਾਈ ਤੇ ਭਾਬੀ ਅਤੇ ਮੈਨੂੰ ਵਿਆਹ ਦੇ ਵਿੱਚ ਜਾਣ ਵਾਸਤੇ ਕਿਹਾ ਅਤੇ ਵਿਆਹ ਦੇ ਜਾਣ ਤੋਂ ਪਹਿਲਾਂ ਪਿਤਾ ਜੀ ਨੇ ਭਾਈ ਅਤੇ ਭਾਬੀ ਨੂੰ ਮੇਰਾ ਖਿਆਲ ਰੱਖਣ ਦੇ ਲਈ ਕਿਹਾ। ਉਸ ਤੋਂ ਬਾਅਦ ਅਸੀਂ ਵਿਆਹ ਦੇ ਵਿੱਚ ਪਹੁੰਚ ਗਏ। ਵਿਆਹ ਬਹੁਤ ਵਧੀਆ ਹੋਇਆ। ਵਿਆਹ ਤੋਂ ਬਾਅਦ ਸ੍ਰੀ ਗੁਰੂ ਘਰ ਘੁੰਮਣ ਦੇ ਲਈ ਚਲੇ ਗਏ। ਅਸੀਂ ਕਾਫੀ ਗੁਰਦੁਆਰਿਆਂ 'ਚ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਗਏ ਤੇ ਮੇਰੀ ਨਜ਼ਰ ਉੱਥੇ ਲੱਗੀ ਹੋਈ ਦੁਕਾਨਾਂ ਤੇ ਪਈ, ਜਿਨ੍ਹਾਂ ਨੂੰ ਦੇਖਦੇ ਮੈਂ ਆਪਣੇ ਭਾਈ ਅਤੇ ਭਾਬੀ ਰਿਸ਼ਤੇਦਾਰਾਂ ਤੋਂ ਅਲੱਗ ਹੋ ਗਈ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮੈਂ ਬਹੁਤ ਡਰ ਗਈ। ਮੈਂ ਸਾਰਿਆਂ ਨੂੰ ਲੱਭਦੀ ਹੋਈ ਇੱਧਰ ਉੱਧਰ ਜਾ ਰਹੀ ਸੀ। ਮੈਨੂੰ ਸਮਝ ਕੁਝ ਵੀ ਨਹੀਂ ਆ ਰਿਹਾ ਸੀ ਕਿ ਮੈਂ ਹੁਣ ਕੀ ਕਰਾਂ। ਮੈਂ ਪਿੱਛੇ ਮੁੜ ਕੇ ਦੇਖਿਆ ਕਿ ਦੋ ਆਦਮੀ ਮੇਰਾ ਲਗਾਤਾਰ ਪਿੱਛਾ ਕਰ ਰਹੇ ਨੇ। ਮੈਂ ਬਹੁਤ ਘਬਰਾ ਗਈ ਕਿਉਂਕਿ ਮੈਂ ਆਪਣੇ ਪਰਿਵਾਰ ਨੂੰ ਲੱਭਣ ਦੀ ਹੋਈ ਇੱਕ ਸੁੰਨਸਾਨ ਰਾਸਤੇ ਤੇ ਪਹੁੰਚ ਗਈ ਸੀ। ਮੈਂ ਆਪਣੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਯਾਦ ਕੀਤਾ ਅਤੇ ਕਿਹਾ ਕਿ ਗੁਰੂ ਜੀ, ਮੇਰੀ ਰੱਖਿਆ ਕਰੋ। ਉਦੋਂ ਹੀ ਮੇਰੇ ਕੋਲ ਆ ਕੇ ਇੱਕ ਰਿਕਸ਼ੇ ਵਾਲਾ ਰੁਕਿਆ ਤੇ ਰਿਕਸ਼ੇ ਵਾਲੇ ਨੇ ਮੈਨੂੰ ਪੁੱਛਿਆ ਕਿ ਬੇਟਾ, ਕੀ ਹੋਇਆ? ਤੂੰ ਇੰਨੀ ਘਬਰਾਈ ਹੋਈ ਕਿਉਂ ਹੈ ਅਤੇ ਤੂੰ ਕੱਲੀ ਕਿਉਂ ਘੁੰਮ ਰਹੀ ਹੈ? ਫਿਰ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਮੈਂ ਇੱਥੇ ਆਪਣੇ ਤਾਈ ਜੀ ਦੇ ਲੜਕੇ ਦੇ ਵਿਆਹ ਦੇ ਵਿੱਚ ਆਈ ਸੀ ਅਤੇ ਅਸੀਂ ਘੁੰਮਣ ਆਏ ਸੀ ਤੇ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਅਲੱਗ ਹੋ ਗਈ। ਉਹਨਾਂ ਨੇ ਮੇਰੀ ਗੱਲ ਸੁਣੀ ਅਤੇ ਕਿਹਾ ਕਿ ਬੇਟਾ, ਆਪਣੇ ਤਾਏ ਜੀ ਦੇ ਘਰ ਬਾਰੇ ਕੁਝ ਦੱਸੋ ਕਿ ਉਹ ਕਿੱਥੇ ਰਹਿੰਦੇ ਨੇ। ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਇੰਨਾ ਤਾਂ ਯਾਦ ਨਹੀਂ, ਪਰ ਤਾਇਆ ਜੀ, ਜਿਸ ਨੂੰ ਸਾਰੇ ਗ੍ਰੰਥੀ ਕਹਿੰਦੇ ਨੇ, ਅਤੇ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਗੁਰਦੁਆਰਾ ਸਾਹਿਬ ਵੀ ਹੈ। ਇਸ ਤੋਂ ਜ਼ਿਆਦਾ ਮੈਨੂੰ ਕੁਝ ਨਹੀਂ ਪਤਾ। ਉਹਨਾਂ ਨੇ ਕਿਹਾ ਕਿ ਘਬਰਾਓ ਨਹੀਂ ਬੇਟਾ, ਚਲੋ ਉਹਨਾਂ ਦਾ ਘਰ ਲੱਭਦੇ ਹਾਂ। ਮੇਰੇ ਕੋਲ ਹੋਰ ਕੋਈ ਰਾਸਤਾ ਵੀ ਨਹੀਂ ਸੀ, ਇਸ ਲਈ ਮੈਂ ਰਿਕਸ਼ੇ ਦੇ ਉੱਤੇ ਬੈਠ ਗਈ। ਥੋੜੀ ਦੇਰ 'ਚ ਹੀ ਮੈਂ ਦੇਖਿਆ ਕਿ ਘਰ ਦੇ ਸਾਹਮਣੇ ਹੀ ਅਸੀਂ ਖੜੇ ਸੀ। ਮੈਨੂੰ ਮੇਰੇ ਤਾਈ ਤੇ ਤਾਇਆ ਜੀ ਦਿਖਾਈ ਦਿੱਤੇ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੈਨੂੰ ਦੇਖ ਕੇ ਮੇਰੇ ਤਾਏ ਜੀ ਨੇ ਕਿਹਾ ਕਿ ਤੂੰ ਇਕੱਲੀ ਤੇ ਬਾਕੀ ਕਿੱਥੇ ਨੇ? ਮੈਂ ਤਾਏ ਜੀ ਨੂੰ ਕਿਹਾ ਕਿ ਤੁਸੀਂ ਪਹਿਲਾਂ ਬਾਹਰ ਖੜੇ ਰਿਕਸ਼ੇ ਵਾਲੇ ਨੂੰ ਪੈਸੇ ਦੇ ਦਿਓ। ਤਾਇਆ ਜੀ ਪੈਸੇ ਦੇਣ ਦੇ ਲਈ ਬਾਹਰ ਗਏ, ਪਰ ਉੱਥੇ ਕੋਈ ਵੀ ਨਹੀਂ ਸੀ। ਮੈਂ ਤਾਏ ਜੀ ਨੂੰ ਸਾਰੀ ਗੱਲ ਦੱਸੀ। ਕੁਝ ਦੇਰ ਬਾਅਦ ਹੀ ਮੇਰੇ ਭਾਈ ਤੇ ਭਾਬੀ ਅਤੇ ਸਾਰੇ ਰਿਸ਼ਤੇਦਾਰ ਵਾਪਸ ਆ ਗਏ ਅਤੇ ਉਹ ਸਾਰੇ ਬਹੁਤ ਪਰੇਸ਼ਾਨ ਸੀ। ਪਰ ਮੈਨੂੰ ਦੇਖ ਕੇ ਉਹ ਕਹਿਣ ਲੱਗੇ ਕਿ ਤੂੰ ਘਰ ਕਿਵੇਂ ਆ ਗਈ? ਤਾਏ ਜੀ ਨੇ ਕਿਹਾ ਕਿ ਇਸ ਨੂੰ ਆਏ ਹੋਏ ਤਾਂ 3 ਘੰਟੇ ਹੋ ਗਏ। ਵਾਹਿਗੁਰੂ ਦਾ ਸ਼ੁਕਰ ਹੈ, ਨਹੀਂ ਤਾਂ ਪਤਾ ਨਹੀਂ ਕੀ ਹੋ ਜਾਂਦਾ। ਇੱਕ ਗੱਲ ਸਮਝ ਨਹੀਂ ਆਈ, ਕਿਉਂਕਿ ਗੁਰਦੁਆਰਾ ਸਾਹਿਬ ਬਹੁਤ ਦੂਰ ਹੈ। ਲਗਭਗ 3 ਘੰਟੇ ਦਾ ਸਾਨੂੰ ਲੱਗ ਜਾਂਦੇ ਨੇ ਆਉਣ ਦੇ ਵਿੱਚ। ਇਹ ਸੁਣ ਕੇ ਸਾਰੇ ਹੈਰਾਨ ਸੀ ਕਿ ਰਿਕਸ਼ੇ ਵਾਲਾ ਦਿਖਾਈ ਨਹੀਂ ਦਿੱਤਾ ਤੇ ਨਾ ਹੀ ਉਸਨੇ ਪੈਸੇ ਲਿੱਤੇ।
ਅਤੇ ਨਾ ਹੀ ਉਸ ਨੂੰ ਘਰ ਦਾ ਚੰਗੀ ਤਰ੍ਹਾਂ ਪਤਾ ਸੀ ਅਤੇ ਇੰਨੀ ਜਲਦੀ ਪਹੁੰਚਣਾ ਤਾਂ ਨਾਮੁਮਕਿਨ ਹੈ। ਸਾਰਿਆਂ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਸਿਰਫ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਕਰ ਸਕਦੇ ਨੇ। ਉਹਨਾਂ ਦੀ ਸਾਡੇ ਬੇਟੇ ਦੇ ਉੱਤੇ ਬਹੁਤ ਕਿਰਪਾ ਹੋਈ। ਅੱਜ ਵੀ ਮੈਂ ਲਗਭਗ 40 ਸਾਲ ਦੀ ਹਾਂ। ਜਦੋਂ ਵੀ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਦੀ ਹਾਂ ਤਾਂ ਉਹ ਮੇਰੇ ਉੱਤੇ ਕਿਰਪਾ ਜ਼ਰੂਰ ਕਰਦੇ ਨੇ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।